267 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਗਰਮਾਇਆ ਹੋਇਆ ਪੂਰਾ। ਪਰ ਹੁਣ ਵਿਰੋਧੀ ਸਵਾਲ ਚੁੱਕ ਰਹੇ ਨੇ ਵੀ ਅਕਾਲੀ ਦਲ 267 ਗੁੰਮ ਸਰੂਪਾਂ ਦੀ ਗੱਲ ਨਹੀਂ ਕਰ ਰਿਹਾ, ਉਰੇ ਆ ਕੇ ਧਰਨਾ ਦੇ ਰਿਹਾ, ਉਹਨਾਂ ਦੀ ਕੋਈ ਗੱਲ, ਉਹਨਾਂ ਦੀ ਗੱਲ ਕੌਣ ਕਰੇ? ਕੋਈ ਇਹ ਕਿਹੜਾ ਕੋਈ ਕਤਲ ਦਾ ਦੋਸ਼ ਆ ਵੀ ਅਸੀਂ ਕਿਸੇ ਨੂੰ ਬਚਾਉਣ ਵਾਸਤੇ ਕਿਸੇ ਹੋਰ ਦਾ ਨਾਂ ਪਾ ਦਾਂਗੇ? ਉਹ ਤਾਂ ਕਿਤਾਬਾਂ ਨੇ ਦੱਸਣਾ। ਚੋਰੀ ਵੀ ਹੋ ਰਹੇ ਨੇ ਮਹਾਰਾਜ ਦੇ ਸਰੂਪ, ਬੇਅਦਬੀ ਵੀ ਹੋ ਰਹੀ ਆ। ਤੁਹਾਨੂੰ ਲੱਗਦਾ ਵੀ ਇੱਕ ਜੰਪਲ ਆਪਾਂ ਨੂੰ ਸੈੱਟ ਕਰਨ ਦੀ ਲੋੜ ਆ ਵੀ ਗੁਨਾਹਕਾਰ ਜਿਹੜੇ ਮੁੜ ਕੇ ਅਜਿਹਾ ਕਦਮ ਨਾ ਚੁੱਕਣ, ਡਰਨ? ਕੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਬਾਰੇ ਦੋ ਸ਼ਬਦ ਕਹਿਣ ਦਾ ਕੋਈ ਸਮਰੱਥਾ ਨਹੀਂ ਰੱਖਦੇ? ਕੀ ਉਹ ਸਿੱਖ ਨਹੀਂ ਹੈਗੇ? ਉਸ ਸਰਸੇ ਵਾਲੇ ਨੇ ਬੇਅਦਬੀ ਕੀਤੀ, ਅੱਜ ਕਿੱਥੇ ਆਓ? ਕਿੱਡੀਆਂ ਵੱਡੀਆਂ ਸਰਕਾਰਾਂ, ਕਿੰਨੇ ਲੋਕ, ਕਿੰਨਾ ਵੱਡਾ ਉਹਦਾ ਆਪਣਾ ਜਿਹੜਾ ਕਹਿੰਦੇ ਅਮਲਾ ਫੈਲਾ ਸੀਗਾ। ਸਰਕਾਰਾਂ ਨੂੰ ਉਹ ਕਹਿੰਦੇ ਹੁੰਦੇ ਆਪਦੀ ਲੱਥ ਥੱਲੇ ਦੀ ਨਿਗਾਹ ਆਉਣ ਦੀ ਕਹਿੰਦੇ ਸਮਰੱਥਾ ਰੱਖਦਾ ਸੀ। ਅੱਜ ਕਿੱਥੇ ਆ? ਜ਼ਮਾਨਤ ਵੀ ਨਹੀਂ ਹੋ ਰਹੀ। ਆਉਣ ਵਾਲੇ ਸਮੇਂ ਦੇ ਅੰਦਰ ਇਸ ਤਰ੍ਹਾਂ ਦੀਆਂ ਕੋਈ ਗਲਤੀਆਂ ਨਹੀਂ ਹੋਣਗੀਆਂ। ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ। ਚੱਲਦਿਆਂ ਸਮੇਂ ਗਲਤੀਆਂ ਹੁੰਦੀਆਂ ਆਈਆਂ, ਹੋ ਗਈਆਂ, ਅਸੀਂ ਉਹਨੂੰ ਮੰਨੀ ਅਤੇ ਅੱਜ ਵੀ ਅਸੀਂ ਇਸ ਗੱਲ ਦੀ ਆਪਣੀ ਝੋਲੀ ਪਵਾਈ ਆ। ਜੋ ਲੋਕਾਂ ਨੇ ਫਤਵਾ ਦਿੱਤਾ ਇਸੇ ਕਰਕੇ ਦਿੱਤਾ ਨਾ। ਸੋ ਜਿਹੜੀ ਉਹ ਮਾਫੀ ਸੀ, ਉਹ ਮਾਫੀ ਬਿਲਕੁਲ ਗਲਤ ਸੀ। ਬਿਆਨ ਅਜਿਹੇ ਸਮੇਂ ਦਿੱਤਾ ਜਦੋਂ ਰਾਮ ਮੰਦਰ ਦਾ ਭੂਮੀ ਪੂਜਨ ਹੋ ਰਿਹਾ ਸੀ, ਕਿਉਂਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਉੱਥੇ ਹੀ ਟਿਕੀਆਂ ਹੋਈਆਂ ਸੀ ਵੀ ਕਿਹੜੇ ਸਿੱਖ ਉੱਥੇ ਜਾਂਦੇ ਨੇ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ, ਕੀ ਹੁੰਦਾ। ਇਹ ਸਾਰੇ ਕਾਸੇ ਨੂੰ ਇੱਕ ਰਾਜਸੀ ਕਹਿੰਦੇ ਹਥਿਆਰ ਬਣਾ ਕੇ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਹੋਰ ਕਈ ਸਾਥੀ ਨੇ, ਪਰੰਪਰਾ ਚਲੋ ਉਹਨਾਂ ਨਾਲ ਅਲੱਗ ਹੋ ਗਏ, ਸੇਵਾ ਸਿੰਘ ਸੇਖਵਾਂ ਇਹਨਾਂ ਨਾਲ ਆ ਗਏ, ਹੋਰ ਵੀ ਕਈ ਲੀਡਰ ਨੇ, SGPC ਦੇ ਮੈਂਬਰ ਵੀ ਉਹਨਾਂ ਨਾਲ ਜਾ ਰਹੇ ਨੇ। ਉਹ ਕਹਿੰਦੇ ਵੀ ਅਸੀਂ SGPC ਨੂੰ ਆਜ਼ਾਦ ਕਰਵਾਉਣਾ ਇੱਕ ਪਰਿਵਾਰ ਦੇ ਕਬਜ਼ੇ। ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਐਵੇਂ ਕਹਿ ਦਿੰਦੇ ਹਾਂ ਵੀ ਢਾਹ ਲੱਗਦੀ ਆ। ਸਿੱਖ ਕੌਮ ਬੜੀ ਮਜ਼ਬੂਤ, ਵੱਡੇ ਸਿਧਾਂਤਾਂ ਵਾਲੀ ਆ। ਉਹ ਇਸ ਤਰ੍ਹਾਂ ਦੇ ਬਹੁਤ ਲੋਕ ਨੇ ਜਿਹੜੇ ਕਾਰਵਾਈਆਂ ਕਰਦੇ ਆ, ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ। ਲੰਗਾਹ ਦਾ ਮਾਮਲਾ ਕਾਫੀ ਗਰਮਾਇਆ, ਕਈ SGPC ਦੇ ਮੁਲਾਜ਼ਮਾਂ 'ਤੇ ਵੀ ਕਾਰਵਾਈ ਹੋਈ ਆ। ਬਟ ਕਈ ਲੋਕ ਹੁਣ ਵੀ ਸਵਾਲ ਚੁੱਕ ਰਹੇ ਨੇ ਵੀ ਇਹਦੇ ਪਿੱਛੇ ਕੋਈ ਹੋਰ ਬੰਦੇ ਸੀ ਜਿਹੜੇ ਅੰਮ੍ਰਿਤਪਾਨ ਕਰਾਉਣ ਕੇ ਉਹਨੂੰ ਮਾਫੀ ਦਿਵਾਉਣਾ ਚਾਹੁੰਦੇ ਸੀ, ਪਰ ਉਹ ਪਿੱਛੇ ਲੁਕ ਗਏ, ਮੁਲਾਜ਼ਮਾਂ ਦੇ ਗਲ ਡਿੱਗੀ, ਉਹ ਰਗੜੇ ਗਏ। ਕਿ ਜਿਸ ਤਰ੍ਹਾਂ ਦੀ ਕਾਰਵਾਈ ਉਸ ਮੌਕੇ ਹੋਣੀ ਚਾਹੀਦੀ ਸੀ, ਉਹ ਕਾਰਵਾਈ ਉਸ ਮੌਕੇ ਨਹੀਂ ਹੋਈ। ਹੁਣ ਲੋਕ ਵੀ ਜਿਹੜੇ ਇੱਕ ਤਰ੍ਹਾਂ ਮਖੌਲ ਉਡਾਉਣ ਲੱਗੇ, ਸਿੱਖ ਪੰਥ ਦੇ ਵਿੱਚ ਵੀ ਕਈ ਲੋਕ ਨੇ ਜਿਹੜੇ ਕਹਿੰਦੇ ਸਿੱਟਾਂ ਬਣਦੇ, ਕੋਈ ਕਾਰਵਾਈ, ਠੋਸ ਕਾਰਵਾਈ ਹੁੰਦੀ ਨਹੀਂ ਹੈਗੀ, ਇੱਕ ਤਰ੍ਹਾਂ ਮਜ਼ਾਕ ਜਿਹਾ ਬਣ ਗਿਆ। ਕਿ ਜਿਹੜਾ ਉਸ ਸਮੇਂ ਨਿਆਂ ਮਿਲਣਾ ਚਾਹੀਦਾ ਸੀ ਜਾਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਸੀ, ਉਹ ਨਹੀਂ ਹੋ ਸਕੀਆਂ। ਜਦੋਂ ਕਾਂਗਰਸ ਨੇ ਲੋੜ ਪਈ ਉਦੋਂ ਮੋਰਚਾ ਲਵਾਇਆ, ਜਦੋਂ ਲੋੜ ਪਈ ਉਹਨਾਂ ਨੇ ਚੁਕਾਤਾ। ਇਹ ਗੱਲਾਂ ਜੱਗ ਦੇ ਸਾਹਮਣੇ ਆਈਆਂ। ਸੋ ਸੰਗਤ ਦੇ ਮਨ 'ਤੇ ਭਾਰੀ ਠੇਸ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਅੱਜ ਸਾਡੇ ਨਾਲ SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਸਟੂਡੈਂਟ ਦੇ ਪ੍ਰਧਾਨ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਇਸ ਸਮੇਂ ਮੁੱਦੇ ਚੱਲ ਰਹੇ ਨੇ। ਗਰੇਵਾਲ ਸਾਹਿਬ, ਤੁਸੀਂ ਅੱਜ ਪਟਿਆਲਾ 'ਚ ਆਏ ਹੋ, ਧਰਨਾ ਵੀ ਦਿੱਤਾ ਤੁਸੀਂ ਨੇ, ਜਿਹੜਾ ਸਰੂਪ ਚੋਰੀ ਹੋਇਆ ਕਲਿਆਣ ਦੇ ਵਿੱਚੋਂ, ਕਾਫੀ ਪੁਰਾਤਨ ਸਰੂਪ ਸੀ, ਕੀ ਕਹਿਣਾ ਤੁਹਾਡਾ? ਦੇਖੋ, ਕੋਈ ਵੀ ਸਿੱਖ ਆ ਅਤੇ ਖਾਸ ਤੌਰ 'ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਆਪਣਾ ਫਰਜ਼ ਅਦਾ ਕਰਦੀ ਆ। ਥਾਂ ਥਾਈਂ ਜਿੱਥੇ ਵੀ ਸਿੱਖਾਂ ਦਾ ਕੋਈ ਮੁੱਦਾ ਆਉਂਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਵਾ, ਉੱਥੇ ਤਾਂ ਉਹਦਾ ਵਿਸ਼ੇਸ਼ ਕਰਕੇ ਫਰਜ਼ ਬਣਦਾ, ਹਰ ਸਿੱਖ ਦਾ ਹੀ ਫਰਜ਼ ਬਣਦਾ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸਮੁੱਚੀ ਜੀ ਉਹਨਾਂ ਦੀ ਸਾਰੀ ਟੀਮ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅੱਜ ਇੱਥੇ ਸਰਕਾਰ ਨੂੰ ਇਸ ਗੱਲ ਲਈ ਚੇਤਾਉਣ ਆਏ ਆ ਕਿ ਜਿਹੜਾ ਕੁਛ ਇਹ ਵਾਪਰ ਰਿਹਾ, ਜੋ ਕੁਛ ਵਾਪਰਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਚੋਰੀ ਹੋਏ ਨੇ, ਉਹਨਾਂ ਦਾ ਅੱਜ 16-17 ਦਿਨ ਹੋ ਗਏ ਆ ਅਤੇ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਕੱਢ ਸਕੀ। ਸੋ ਇਸ ਗੱਲ ਨੂੰ ਲੈ ਕੇ ਅੱਜ ਇੱਥੇ ਰੋਸ ਧਰਨਾ ਸੀਗਾ, ਜਿਹਦੇ ਲਈ ਅਸੀਂ ਮੈਮੋਰੈਂਡਮ ਦਿੱਤਾ। ਤੁਸੀਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਸਰੂਪ ਗੁੰਮ ਹੋਏ, ਬੇਅਦਬੀ ਹੋਈ, ਹੁਣ ਫਿਰ ਇਹ ਕਾਂਗਰਸ ਦੇ ਰਾਜ ਵਿੱਚ ਅਜਿਹਾ ਹੋ ਰਿਹਾ। ਦੇਖੋ, ਇਹੋ ਹੀ ਗੱਲ ਦੀ ਸਾਨੂੰ ਪਰੇਸ਼ਾਨੀ ਹੈ ਕਿ ਇੱਕ ਗੱਲ ਤੁਸੀਂ ਬੜੀ ਵਾਰੀ ਸੁਣੀ ਹੋਏਗੀ ਕਿ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ, ਉਹਨਾਂ ਨੇ ਕਲੀਅਰ ਕੱਟ ਇਹ ਗੱਲ ਕਹਿਤੀ ਕਿ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੀ ਜੇ ਕਿਸੇ ਨੇ ਬੇਅਦਬੀ ਕਰਾਈ ਹੈ ਜਾਂ ਬੇਅਦਬੀ ਕਰਨ ਵਿੱਚ ਸ਼ਾਮਲ ਹੈ, ਉਹਦਾ ਕੱਖ ਨਾ ਰਵੇ। ਸੋ ਵੈਸੇ ਵੀ ਆਮ ਵੀ ਬਹੁਤ ਸਾਰੇ ਲੋਕ ਜਿਹੜੇ ਆ ਸਾਡੇ ਅਕਾਲੀ ਦਲ ਦੇ ਵਿਰੋਧੀ ਵੀ ਲੋਕ ਕਹਿ ਰਹੇ ਆ, ਉਹ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਕਿਸੇ ਵੀ ਤਰ੍ਹਾਂ ਜਿਹੜਾ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ, ਚੋਰੀ ਹੋਈ, ਉਸ ਦੇ ਵਿੱਚ ਕਿਸੇ ਵੀ ਢੰਗ ਨਾਲ ਜਿਹੜਾ ਕਿ ਅਕਾਲੀ ਦਲ ਦਾ ਕੋਈ ਲੀਡਰ ਸ਼ਾਮਲ ਸੀ। ਹਾਂ, ਇਹ ਗੱਲ ਠੀਕ ਹੈ
ਕਿ ਜਵਾਬਦੇਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਣਦੀ ਆ। ਕੋਈ ਇਸ ਗੱਲ 'ਚ ਇਤਰਾਜ਼ ਨਹੀਂ, ਜਵਾਬ ਪੁੱਛਣਾ ਚਾਹੀਦਾ। ਉਸ ਸਮੇਂ ਦੇ ਉੱਤੇ ਜੇ ਆਪਾਂ ਉਸ ਗੱਲ ਨੂੰ ਵਿਸਥਾਰ ਵਿੱਚ ਜਾਈਏ, ਕਾਫੀ ਲੰਬੀ ਗੱਲ ਹੋ ਜਾਂਦੀ ਆ। ਉਹਨਾਂ ਨੇ DGP ਹਟਾਤਾ, ਹੋਰ ਵੀ ਪਰਚੇ ਦਰਜ ਕਰ ਦਿੱਤੇ, ਬਹੁਤ ਸਾਰੀਆਂ ਇਨਕੁਆਇਰੀਆਂ ਵੀ ਹੋਈਆਂ। ਚਲੋ ਉਹ ਵੱਖਰੀ ਗੱਲ ਹੈ। ਇਹ ਗੱਲ ਅਸੀਂ ਮੰਨਦੇ ਹਾਂ ਕਿ ਜਿਸ ਤਰ੍ਹਾਂ ਦੀ ਕਾਰਵਾਈ ਉਸ ਮੌਕੇ ਹੋਣੀ ਚਾਹੀਦੀ ਸੀ, ਉਹ ਕਾਰਵਾਈ ਉਸ ਮੌਕੇ ਨਹੀਂ ਹੋਈ। ਅੱਜ ਵੀ ਉਸੇ ਹੀ ਕਹਿੰਦੇ ਕੜੀ ਦਾ ਹਿੱਸਾ ਹੈ, ਕਿਉਂਕਿ 1 ਸਾਲ ਨੂੰ ਵੋਟਾਂ ਆ ਰਹੀਆਂ। ਇਹ ਜਿਹੜੇ ਸਾਨੂੰ ਜਿਹੜੀ ਫਿਕਰਮੰਦੀ ਆ, ਅਸੀਂ ਇਹ ਵੀ ਗੱਲ ਕਰਦੇ ਹਾਂ, ਰਾਜਨੀਤਿਕ ਤੌਰ 'ਤੇ ਲੜਾਈਆਂ ਲੜਨੀਆਂ ਚਾਹੀਦੀਆਂ, ਮੁੱਦਿਆਂ ਦੇ ਆਧਾਰ 'ਤੇ ਲੜਨੀਆਂ ਚਾਹੀਦੀਆਂ। ਇੱਕ ਦੂਜਾ ਸਾਡਾ ਵਿਰੋਧ ਹੋ ਸਕਦਾ, ਕੋਈ ਵੱਧ ਕਰਦਾ, ਕੋਈ ਘੱਟ ਕਰਦਾ, ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ। ਪਰ ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਕਿਸੇ ਨੇ ਰਾਜਨੀਤੀ ਕਰਨੀ ਆ ਜਾਂ ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰਨਾ, ਇਹ ਬਹੁਤ ਮਾੜਾ ਵਾ। ਇਸ ਗੱਲ ਲਈ ਸੰਗਤ ਨੂੰ ਵੀ ਸੁਚੇਤ ਕਰਨਾ ਵਾ, ਅਤੇ ਖਾਸ ਤੌਰ 'ਤੇ ਜਿਹੜੇ ਇਸ ਤਰ੍ਹਾਂ ਕੰਮ ਕਰਨ ਵਾਲੇ ਲੋਕ ਆ, ਉਹਨਾਂ ਨੂੰ ਇਹ ਵਾਰਨਿੰਗ ਹੀ ਦਿੰਦੇ ਆ ਕਿ ਇਸ ਮਾਮਲੇ 'ਚ ਨਾ ਪੈਣ, ਕਿਉਂਕਿ ਇਹ ਬੜੀ ਵੱਡੀ ਅੱਗ ਹੈ। ਇਸ ਅੱਗ ਨਾਲ ਖੇਡਣ ਵਾਲੇ ਬਚਿਆ ਕਦੇ ਨਹੀਂ ਗਾ। ਅਕਾਲੀ ਦਲ ਸਿੱਖ ਪੰਥ ਦੀ ਪਾਰਟੀ ਹੈ। ਜੇਕਰ ਅਕਾਲੀ ਦਲ ਦੇ ਸਮੇਂ ਬੇਅਦਬੀ ਗੋਲੀकांड ਮਾਮਲੇ ਦੇ ਵਿੱਚ ਠੋਸ ਕਾਰਵਾਈ ਹੁੰਦੀ, ਤੁਸੀਂ ਮੰਨਦੇ ਹੋ ਵੀ ਅਕਾਲੀ ਦਲ ਦਾ ਮਾੜਾ ਹਾਲ ਇੰਨਾ ਹੋਣਾ ਨਹੀਂ ਸੀ ਅੱਜ ਦੇ ਸਮੇਂ 'ਚ? ਨਹੀਂ, ਦੇਖੋ, ਮੈਂ ਕਈ ਗੱਲਾਂ ਕਰਦਾ ਕਿ ਜਦੋਂ ਬੰਦਾ ਸਿਸਟਮ ਦੇ ਵਿੱਚ ਹੁੰਦਾ ਤਾਂ ਜੇ ਅਕਾਲੀ ਦਲ ਦੇ ਲੀਡਰਸ਼ਿਪ ਤੋਂ ਉਸ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਕੁਛ ਕੀਤਾ। ਜੇ DGP ਦੀ ਗੱਲ ਕਰੀਏ, ਉਹ DGP ਨੂੰ ਤੁਰੰਤ ਹਟਾਇਆ, ਕਿੰਨਿਆਂ 'ਤੇ ਪਰਚਾ ਦਰਜ ਕੀਤਾ। ਉਹੀ ਸੈੱਟ ਜਿਹੜੀ ਆ ਅੱਜ ਕੰਮ ਕਰ ਰਹੀ ਆ, ਇਹੋ ਹੀ ਸੈੱਟ ਉਦੋਂ ਬਣਾਈ ਗਈ ਸੀ ਜਦੋਂ ਇਹ ਸਾਰੀ ਇਹ ਸਣੇ ਕਿ ਨਾ ਕਾਂਗਰਸ ਪਾਰਟੀ, ਇਹ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਨਾਲ ਜਿਹੜੇ ਕੋਈ ਸੰਤ ਸਮਾਜ ਵਾਲੇ ਸੀ, ਜਿਹੜੇ ਉਸ ਸਮੇਂ ਬਹੁਤ ਰੌਲਾ ਪਾਇਆ, ਅੱਜ ਸਾਨੂੰ ਕਿਤੇ ਦਿਖਾਈ ਨਹੀਂ ਦੇ ਰਹੇ। ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਪੰਜਾਬ ਪੁਲਿਸ 'ਤੇ ਕੋਈ ਇਤਬਾਰ ਨਹੀਂ, CBI ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਉਹ ਪੰਜਾਬ ਦੀ ਉਸ ਸਮੇਂ ਦੀ ਸਰਕਾਰ ਨੇ ਇਸ ਗੱਲ ਨੂੰ ਮੌਕੇ 'ਤੇ ਉਹਨਾਂ ਦੇ ਦਿੱਤੇ ਫੈਸਲੇ ਹੁਕਮ ਨੂੰ ਫੁੱਲ ਚੜਾਉਂਦਿਆਂ ਹਾਂ CBI ਨੂੰ ਇਨਕੁਆਇਰੀ ਦਿੱਤੀ। ਇਹ ਗੱਲ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਕਿਉਂਕਿ ਚੋਣਾਂ ਦਾ ਬਿਲਕੁਲ ਟਾਈਮ ਸੀ, ਉਸ ਸਮੇਂ ਪੂਰੀ ਆਪਦੀ ਇਨਕੁਆਇਰੀ ਨਹੀਂ ਕਰ ਸਕੇ। ਅਤੇ ਇਹ ਗੱਲ ਅਸੀਂ ਮੰਨਦੇ ਹਾਂ ਕਿ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਇਹ ਕੁਛ ਵਾਪਰਿਆ। ਅਸੀਂ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਜਿਹੜਾ ਉਸ ਸਮੇਂ ਨਿਆਂ ਮਿਲਣਾ ਚਾਹੀਦਾ ਸੀ ਜਾਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਸੀ, ਉਹ ਨਹੀਂ ਹੋ ਸਕੀਆਂ। ਪਰ ਇਹ ਨਹੀਂ ਹੈਗਾ ਕਿ ਸਿੱਖੀ ਭਾਵਨਾ ਦੇ ਖਾਸ ਤੌਰ 'ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਬੇਅਦਬੀ ਦੀ ਕਰਨ ਦੇ ਕਿਸੇ ਤਰ੍ਹਾਂ ਦੀ ਸ਼ਹਿਦ ਦੇ ਕੇ ਜਾਂ ਉਹਨਾਂ ਨੂੰ ਬਚਾਉਣ ਦੀ ਅੱਜ ਤਾਈਂ ਨਾ ਹੀ ਕੋਸ਼ਿਸ਼ ਕੀਤੀ ਆ, ਨਾ ਹੀ ਹੋਣੀ ਆ। ਗਰੇਵਾਲ ਜੀ, ਸਿੱਟਾਂ ਅਕਾਲੀ ਦਲ ਦੇ ਸਮੇਂ ਬਣੀਆਂ, ਕੈਪਟਨ ਸਰਕਾਰ 'ਚ ਵੀ ਬਣੀਆਂ। ਹੁਣ ਲੋਕ ਵੀ ਜਿਹੜੇ ਇੱਕ ਤਰ੍ਹਾਂ ਮਖੌਲ ਉਡਾਉਣ ਲੱਗੇ, ਸਿੱਖ ਪੰਥ ਦੇ ਵਿੱਚ ਵੀ ਕਈ ਲੋਕ ਨੇ ਜਿਹੜੇ ਕਹਿੰਦੇ ਸਿੱਟਾਂ ਬਣਦੀਆਂ, ਕੋਈ ਕਾਰਵਾਈ ਠੋਸ ਕਾਰਵਾਈ ਹੁੰਦੀ ਨਹੀਂ ਹੈਗੀ, ਇੱਕ ਤਰ੍ਹਾਂ ਮਜ਼ਾਕ ਜਿਹਾ ਬਣ ਗਿਆ। ਦੇਖੋ, ਜਿਹੜੀ ਕਾਂਗਰਸ ਦੀ ਜਦੋਂ ਸਰਕਾਰ ਆਈ ਨਾ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ। ਮੈਂ ਤਾਂ ਬਾਰ-ਬਾਰ ਜਦੋਂ ਇਹ ਗੱਲ ਕਹਿੰਦੇ ਹਾਂ ਅਸੀਂ ਵੀ ਗੁਟਕਾ ਸਾਹਿਬ ਦੀ ਸਹੁੰ ਖਾਧੀ, ਇਹ ਗੱਲ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਆ ਕਿ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਹਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਅਸੀਂ ਜਲਦੀ ਉਜਾਗਰ ਕਰਾਂਗੇ। ਤੁਸੀਂ ਦੇਖੋ ਕਿ ਅਕਾਲੀ ਸਰਕਾਰ ਕੋਲੇ ਤਾਂ ਸਿਰਫ ਕੁਝ ਮਹੀਨੇ ਸੀ, ਉਹ ਮਹੀਨਿਆਂ ਤੋਂ ਬਾਅਦ ਸਰਕਾਰ ਬਦਲ ਗਈ। ਉਹ ਸਾਡੇ ਅਕਾਲੀ ਦਲ ਦੇ ਹੱਥੋਂ ਗੱਲ ਨਹੀਂ ਰਹੀ। ਅੱਜ ਤਾਂ 3.5 ਸਾਲ ਹੋ ਚੁੱਕੇ ਆ। 3.5 ਸਾਲ ਦੇ ਅੰਦਰ ਕੀ ਕੁਛ ਕੀਤਾ, ਅੱਜ ਆਪਾਂ ਨੂੰ ਤੁਸੀਂ ਦੱਸ ਇਹ ਗੱਲ ਕਲੀਅਰ ਕਰ ਦਿਓ, ਸਿਰਫ ਰੌਲਾ ਪਾਉਣ ਦੀ ਬਜਾਏ ਕਿ ਆਹ ਕਰਨਾ ਚਾਹੀਦਾ, ਵਿਸ਼ੇਸ਼ ਸਦਨ ਵੀ ਬੁਲਾਇਆ, ਹੋਰ ਕੁਛ ਕੀਤਾ। ਕਾਂਗਰਸੀਆਂ ਨੇ ਝੋਲੀ ਅੱਡ ਕੇ ਇਹ ਗੱਲ ਮੰਗੀ ਕਿ ਕਾਰਵਾਈ ਹੋਣੀ ਚਾਹੀਦੀ ਹੈ, ਪਰ ਨਹੀਂ ਕੀਤੀ ਗਈ। ਇਹਦਾ ਮਤਲਬ ਕੀ ਆ? ਹੁਣ ਕਦੇ ਕੋਈ ਸੈੱਟ ਬਣਾਤੀ ਜਾਂਦੇ, ਕੋਈ ਸੈੱਟ ਬਣਾਤੀ ਜਾਂਦੀ ਆ। ਕੁਛ ਲੋਕ ਜਿਹੜੇ ਡੇਰੇ ਵਾਲੇ ਸੀਗੇ ਉਹ ਫੜੇ ਗਏ, ਫੜਨ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਆ ਗਏ ਆ। ਇਹਦਾ ਮਤਲਬ ਕੇਸ ਕਮਜ਼ੋਰ ਆ। ਇਹ ਸੰਗਤ ਦੇ ਮਨ 'ਤੇ ਬੜੀ ਭਾਰੀ ਠੇਸ ਆ। ਭਾਵੇਂ ਕਿ ਉਸ ਮਸਲੇ ਨੂੰ ਸੰਬੰਧਿਤ ਬਗਰਾੜੀ ਦਾ ਬਹੁਤ ਵੱਡਾ ਮੋਰਚਾ ਲੱਗਿਆ, ਸਿੱਖਾਂ ਦੀਆਂ ਭਾਵਨਾਵਾਂ ਉਹਦੇ ਨਾਲ ਵੀ ਖਿਲਵਾੜ ਕੀਤਾ ਲੋਕਾਂ ਨੇ। ਸਿੱਖੀ ਸਰੂਪ ਦੇ ਅੰਦਰ ਉਹਨਾਂ ਨੇ ਸਿੱਖਾਂ ਦੀ ਜਿਹੜੇ ਮਨ ਦੀ ਭਾਵਨਾ ਉਹਨਾਂ ਖੇਡਿਆ ਅਤੇ ਕਾਂਗਰਸ ਦੇ ਇਸ਼ਾਰੇ 'ਤੇ ਨੱਚੇ। ਜਦੋਂ ਕਾਂਗਰਸ ਨੇ ਲੋੜ ਪਈ ਉਦੋਂ ਮੋਰਚਾ ਲਵਾਇਆ, ਜਦੋਂ ਲੋੜ ਪਈ ਉਹਨਾਂ ਨੇ ਚੁਕਾਤਾ। ਇਹ ਗੱਲਾਂ ਜੱਗ ਦੇ ਸਾਹਮਣੇ ਆਈਆਂ। ਸੋ ਸੰਗਤ ਦੇ ਮਨ 'ਤੇ ਭਾਰੀ ਠੇਸ ਆ। ਅਸੀਂ ਤਾਂ 2 ਹੱਥ ਜੋੜ ਕੇ ਇਹ ਗੱਲ ਖੜ੍ਹੇ ਹਾਂ ਕਿ ਪਿਛਲੇ ਸਮੇਂ ਦੇ ਅੰਦਰ ਜਿਹੜਾ ਕੁਛ ਹੋਇਆ ਮਾੜੀ ਗੱਲ ਸੀ। ਅਕਾਲੀ ਦਲ ਨੇ ਜਿੰਨਾ ਕੁਛ ਕੀਤਾ ਉਦੋਂ ਵੱਧ ਕਰਨਾ ਚਾਹੀਦਾ, ਇਹ ਗੱਲ ਅਸੀਂ ਸਮਝਦੇ ਹਾਂ। ਜੇਕਰ ਕੋਈ ਐਗਜ਼ਾਮਪਲ ਸੈੱਟ ਕੀਤੀ ਜਾਵੇ, ਚੋਰੀ ਵੀ ਹੋ ਰਹੇ ਨੇ ਮਹਾਰਾਜ ਦੇ ਸਰੂਪ, ਬੇਅਦਬੀ ਵੀ ਹੋ ਰਹੀ ਆ, ਤੁਹਾਨੂੰ ਲੱਗਦਾ ਵੀ ਇੱਕ ਐਗਜ਼ਾਮਪਲ ਆਪਾਂ ਨੂੰ ਸੈੱਟ ਕਰਨ ਦੀ ਲੋੜ ਆ ਵੀ ਗੁਨਾਹਕਾਰ ਜਿਹੜੇ ਮੁੜ ਕੇ ਅਜਿਹਾ ਕਦਮ ਨਾ ਚੁੱਕਣ, ਡਰਨ? ਦੇਖੋ ਜੀ, ਇਹ ਤਾਂ ਵੈਸੇ ਤਾਂ ਇੱਕ ਗੱਲ ਜੱਗ ਜ਼ਾਹਰ ਆ। ਜੇ ਇੰਦਰਾ ਪਰਿਵਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਅਤੇ ਅੱਜ ਉਹ ਕਿੱਥੇ ਨੇ? ਅੱਜ ਇਸ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਹਾਸ਼ੀਏ 'ਤੇ ਜਾ ਚੁੱਕੇ ਨੇ। ਜਿਹੜੇ ਲੋਕਾਂ ਨੇ ਗੁਰੂ ਦੇ ਨਾਲ ਖਿਲਵਾੜ ਕੀਤਾ, ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਗੱਲ ਕੀਤੀ, ਉਸ ਸਰਸੇ ਵਾਲੇ ਨੇ ਬੇਅਦਬੀ ਕੀਤੀ, ਅੱਜ ਕਿੱਥੇ ਆ ਉਹ? ਕਿੱਡੀਆਂ ਵੱਡੀਆਂ ਸਰਕਾਰਾਂ, ਕਿੰਨੇ ਲੋਕ, ਕਿੰਨਾ ਵੱਡਾ ਉਹਦਾ ਆਪਣਾ ਜਿਹੜਾ ਕਹਿੰਦੇ ਹਮਲਾ ਫੈਲਾ ਸੀਗਾ। ਸਰਕਾਰਾਂ ਨੂੰ ਉਹ ਕਹਿੰਦੇ ਹੁੰਦੇ ਆਪਦੀ ਲੱਥ ਵਾਲੇ ਦੀ ਨਿਗਾਹ ਆਉਣ ਦੀ ਕਹਿੰਦੇ ਸਮਰੱਥਾ ਰੱਖਦਾ ਸੀ। ਅੱਜ ਕਿੱਥੇ ਆ? ਜ਼ਮਾਨਤ ਵੀ ਨਹੀਂ ਹੋ ਰਹੀ। ਸੋ ਪਹਿਲੀ ਗੱਲ ਤਾਂ ਇਹ ਸਾਨੂੰ ਮੰਨ ਲੈਣੀ ਚਾਹੀਦੀ ਆ ਕਿ ਜਿਹੜਾ ਵੀ ਇਸ ਗੱਲ ਨਾਲ ਸੰਬੰਧਿਤ ਆ
ਉਹਨੇ ਬਚਣਾ ਨਹੀਂ, ਗੁਰੂ ਨੇ ਆਪੇ ਹੀ ਇਸ ਗੱਲ ਦੀ ਸਜ਼ਾ ਦੇ ਦੇਣੀ ਆ। ਹਾਂ, ਜਿਹੜੇ ਲੋਕ ਅਸੀਂ ਜਿਹੜਾ ਸਰਕਾਰੀ ਤੰਤਰ ਹੈ, ਸਾਡਾ ਫਰਜ਼ ਹੈ, ਜੇ ਅਸੀਂ ਉਹਨੂੰ ਪੂਰਾ ਨਹੀਂ ਕਰਦੇ ਤੇ ਫਿਰ ਉਹਨਾਂ ਨੂੰ ਜਵਾਬਦੇਹੀ ਦੇਣੀ ਪਵੇਗੀ। ਜਿਸ ਗੱਲ ਨੂੰ ਲੈ ਕੇ ਅੱਜ ਅਸੀਂ ਇੱਥੇ ਆਏ ਹਾਂ, ਅਸੀਂ ਕਿੰਨਾ ਅਫਸੋਸ ਇਸ ਗੱਲ ਦਾ, ਤੁਸੀਂ ਵੀ ਇਸ ਗੱਲ ਲਈ ਸਹਿਮਤ ਹੋਵੋਗੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਆ। 16-17 ਦਿਨ ਤੋਂ ਇਹ ਗੱਲ ਚੱਲ ਰਹੀ ਆ, ਪਰਚਾ ਦਰਜ ਹੋ ਚੁੱਕਿਆ। ਕੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਬਾਰੇ ਦੋ ਸ਼ਬਦ ਕਹਿਣ ਦਾ ਕੋਈ ਸਮਰੱਥਾ ਨਹੀਂ ਰੱਖਦੇ? ਕੀ ਉਹ ਸਿੱਖ ਨਹੀਂ ਹੈਗੇ? ਉਹਨਾਂ ਦੀ ਧਰਮ ਸੁਪਤਨੀ ਬੜੀ ਸਤਿਕਾਰਯੋਗ ਬੀਬੀ ਇੱਥੋਂ ਦੀ MP ਹੈ, ਉਹ ਬਿਲਕੁਲ ਉਹਨਾਂ ਦੇ ਘਰ ਦੇ ਲਾਗੇ ਉਹ ਪਿੰਡ ਹੈ, ਅਤੇ ਉੱਥੇ ਜਾ ਕੇ ਇਸ ਗੱਲ ਦਾ ਪੁਣਛਾਣ ਨਹੀਂ ਕਰ ਸਕਦੇ। ਸੋ ਇਹ ਗੱਲਾਂ ਦਿਖਾਈ ਦੇ ਰਹੀਆਂ ਕਿ ਉਹਨਾਂ ਦੇ ਮਨ ਦੀ ਮਨਸ਼ਾ ਕੀ ਹੈ। ਦੇਖਣ ਨੂੰ ਕੁਛ ਹੋਰ ਹੈ ਅਤੇ ਖਾਣ ਵਾਲੇ ਦੰਦ ਕੁਛ ਹੋਰ ਹੈ ਅਤੇ ਦਿਖਾਉਣ ਵਾਲੇ ਕੁਛ ਹੋਰ ਹੈ। ਬੇਅਦਬੀ ਤੇ ਗੋਲੀकांड ਮਾਮਲੇ ਵਿੱਚ ਸਰਕਾਰ ਹੁਣ ਲਗਾਤਾਰ ਇੱਕ ਤਰ੍ਹਾਂ ਦਾ ਲਟਕ ਹੀ ਰਿਹਾ ਹੈ, ਸਿਰ ਟਾਲ ਲਵੇ ਮਾਮਲਾ। ਕਿਤੇ ਐਂ ਨਾ ਹੋਵੇ 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਆ ਕੇ ਵੀ ਕੋਈ ਨਾ ਕੋਈ ਕਾਰਵਾਈ ਹੋ ਜਾਏ, ਕਿਤੇ ਅਕਾਲੀ ਦਲ ਨੂੰ ਫਿਰ ਨੁਕਸਾਨ ਹੋ ਜਾਏ ਕੁਛ। ਦੇਖੋ, ਇਹ ਤਾਂ ਗੱਲ ਕਲੀਅਰ ਦਿੰਦੀ ਆ, ਇਹ ਤਾਂ ਬੱਚਾ ਇਸ ਗੱਲ ਲਈ ਗਵਾਹ ਵਾ ਕਿ ਜੇ ਇਸ ਗੱਲ ਨੂੰ ਬਜਾਏ ਕਿ ਸਜ਼ਾ ਦਿਵਾਉਣ ਦੇ, ਬਜਾਏ ਕਿ ਉਹਨਾਂ ਦੀ ਘੋਖ ਕਰਨ ਦੇ, ਇਹਨੂੰ ਇੱਕ ਰਾਜਸੀ ਤੌਰ 'ਤੇ, ਹਥਿਆਰ ਦੇ ਤੌਰ 'ਤੇ ਵਰਤਿਆ ਜਾ ਰਿਹਾ। ਬਾਕੀ ਮਹਾਰਾਜ ਦੇ ਹੱਥ ਹੈ ਕਿ ਬੰਦਾ ਸੋਚਦਾ ਬਹੁਤ ਕੁਛ ਆ, ਅਤੇ ਪਰ ਉਹ ਕੁਛ ਵਾਪਰਦਾ ਨਹੀਂ। ਸੋ ਹਾਲਾਤ ਇਸ ਤਰ੍ਹਾਂ ਦੇ ਆ ਕਿ ਇਹ ਸਾਰੇ ਕਾਸੇ ਨੂੰ ਇੱਕ ਰਾਜਸੀ ਕਹਿੰਦੇ ਹਥਿਆਰ ਬਣਾ ਕੇ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਬਹੁਤ ਮਾੜੀ ਗੱਲ ਆ। ਲੋਕ ਅੱਜ ਦੀ ਤਰੀਕ ਸਮਝ ਚੁੱਕੇ ਆ। ਗਰੇਵਾਲ ਜੀ, ਇੱਕ 267 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਗਰਮਾਇਆ ਹੋਇਆ ਪੂਰਾ, ਪਰ ਹੁਣ ਵਿਰੋਧੀ ਸਵਾਲ ਚੁੱਕ ਰਹੇ ਨੇ ਵੀ ਅਕਾਲੀ ਦਲ 267 ਗੁੰਮ ਸਰੂਪਾਂ ਦੀ ਗੱਲ ਨਹੀਂ ਕਰ ਰਿਹਾ, ਉਰੇ ਆ ਕੇ ਧਰਨਾ ਦੇ ਰਿਹਾ, ਉਹਨਾਂ ਦੀ ਗੱਲ ਕੌਣ ਕਰੂਗਾ? ਦੇਖੋ, ਬੜੀ ਚੰਗੀ ਗੱਲ, ਤੁਸੀਂ ਬੜਾ ਸੋਹਣਾ ਸਵਾਲ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਉਹਦੇ 'ਚ ਇਹ ਫੈਸਲਾ ਕੀਤਾ ਗਿਆ ਕਿ ਇਸ ਦੀ ਜਿਹੜੀ ਜਾਂਚ ਆ, ਇਹ ਜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਕਰਨਗੇ ਤਾਂ ਇਹ ਗੱਲ ਕਹੀ ਜਾਵੇਗੀ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋ ਸਕਦੀ ਹੈ, ਕਿਸੇ ਦਾ ਪੱਖ ਹੋ ਸਕਦਾ। ਸੋ ਸਮੁੱਚੇ ਰੂਪ ਵਿੱਚ ਇੱਕ ਪਹਿਲਾ ਫੈਸਲਾ ਆਇਆ ਕਿ ਇਹ ਸਾਰੀ ਐਗਜ਼ੈਕਟਿਵ ਨੇ ਇਹ ਗੱਲ ਕਹੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਹਦੀ ਜਿਹੜੀ ਜਾਂਚ ਆ, ਕਿਉਂਕਿ ਮੁੱਦਾ ਗੰਭੀਰ ਆ, ਇਹਦੀ ਜਾਂਚ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਹੋਣੀ ਚਾਹੀਦੀ ਹੈ। ਸੋ ਉਸ ਮੌਕੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਬੇਨਤੀ ਕੀਤੀ ਕਿ ਉਹਨਾਂ ਨੇ ਮੰਨੀ, ਉਹਨਾਂ ਨੇ ਕਮੇਟੀ ਦਾ ਗਠਨ ਕੀਤਾ, ਜੱਜ ਜਾਂ ਵਕੀਲ ਜਾਂ ਹੋਰ ਕੀਤੇ ਨੇ। ਸੋ ਮੈਂ ਉਹਦੇ ਵਿੱਚ ਇਸ ਗੱਲ ਲਈ ਅੱਜ ਦੀ ਤਰੀਕ 'ਚ ਮੈਂ ਐਡਾ ਸਮਰੱਥ ਨਹੀਂ ਗਾ ਕਿ ਮੈਂ ਉਹ ਚੱਲ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿੰਦੇ ਸਰਪ੍ਰਸਤੀ ਚੱਲ ਰਹੀ ਜਾਂਚ ਦੇ ਵਿੱਚ ਮੈਂ ਕੋਈ ਬਹੁਤ ਜ਼ਿਆਦਾ ਦਖਲ ਦੇਵਾਂ। ਪਰ ਮੈਂ ਇਹ ਗੱਲ ਸਮਝਦਾ ਕਿ ਜੋ ਕੁਛ ਪਿਛਲੇ ਦਿਨੀ ਵਾਪਰਿਆ ਸੀ, ਉਹ ਕਿਉਂਕਿ ਜਿਹੜਾ ਸੰਬੰਧਿਤ ਅਧਿਕਾਰੀ ਸੀਗਾ, ਉਹ ਅਧਿਕਾਰੀ ਜਿਹੜਾ ਵਾ ਇਸ ਗੱਲ ਲਈ ਕਿਉਂਕਿ ਉਹਨੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਪੈਸੇ ਬਣਦੇ ਸੀਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਜਿਹੜੀ ਦਰਸ਼ਨੀ ਭੇਟਾ ਹੈ, ਉਹ ਜਿਹੜੀ ਜਮ੍ਹਾਂ ਨਹੀਂ ਕਰਾਈ, ਜਦੋਂ ਉਹ ਤੋਂ ਮੰਗੀ ਗਈ ਤਾਂ ਉਹਨੇ ਇਸ ਤਰ੍ਹਾਂ ਦਾ ਵਿਵਾਦ ਖੜਾ ਕਰ ਦਿੱਤਾ। ਬਾਕੀ ਜਿਹੜਾ ਆਉਣ ਵਾਲਾ ਰਿਜ਼ਲਟ ਹੈ ਉਹ ਸਾਹਮਣੇ ਹੋਏਗਾ। ਇਸ ਕਰਕੇ ਅਸੀਂ ਬਿਲਕੁਲ ਇਸ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਕਰ ਰਹੇ, ਕਿਸੇ ਵੀ ਤਰ੍ਹਾਂ ਦੀ ਜਿਵੇਂ ਕਹਿੰਦੇ ਆ ਕੋਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਹੜਾ ਵੀ ਇਸ ਗੱਲ ਵਿੱਚ ਸ਼ਾਮਲ ਹੋਏਗਾ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਦਿੱਤੀ ਜਾਵੇਗੀ। ਹੁਣ ਇਸ ਜਾਂਚ ਤੇ ਵੀ ਸਵਾਲ ਉੱਠ ਰਹੇ ਨੇ। ਅੱਜ ਅੰਮ੍ਰਿਤਸਰ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਨੇ ਵੀ ਜਿਹੜੇ ਜਾਂਚ ਕਰ ਰਹੇ ਸੀ ਜਥੇਦਾਰ ਸਾਹਿਬ ਦੇ, ਉਹ ਕਰੀਬੀ ਨੇ, ਵੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਦੇਖੋ ਜੀ, ਇਹਦੇ ਵਿੱਚ ਜਥੇਦਾਰ ਸਾਹਿਬ ਦੇ ਕਰੀਬੀ ਹੋਣ ਜਾਂ ਨਾ ਹੋਣ, ਉਹਦਾ ਤੱਥ ਬੋਲਣੇ ਆ। ਇਹ ਜਾਂ ਜਿਨ੍ਹਾਂ ਨੇ ਜਿਹੜੇ ਇਹ ਸਵਾਲ ਕਰ ਰਹੇ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਹੁੰਦਾ ਕੀ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਾਸਤੇ ਪੇਪਰ ਆਉਂਦਾ, ਉੱਥੇ ਛਪਾਈ ਹੁੰਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਉਹਦੀ ਜਿਲਦਸਾਜ਼ੀ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਸ਼ੁਧਾਈ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਜਮ੍ਹਾਂ ਹੁੰਦੇ ਨੇ। ਇਹ ਇੱਕ ਥਾਂ ਨਹੀਂ 10 ਥਾਂ 'ਤੇ ਰਿਕਾਰਡ ਬਣਦਾ ਹੈ। ਸੋ ਇਸ ਗੱਲ ਦੇ ਵਿੱਚ ਕਿਸੇ ਨੂੰ ਅਸੀਂ ਕੋਈ ਕਿਹੜਾ ਕੋਈ ਕਤਲ ਦਾ ਦੋਸ਼ ਆ ਵੀ ਅਸੀਂ ਕਿਸੇ ਨੂੰ ਬਚਾਉਣ ਵਾਸਤੇ ਕਿਸੇ ਹੋਰ ਦਾ ਨਾਂ ਪਾ ਦਾਂਗੇ, ਉਹ ਤਾਂ ਕਿਤਾਬਾਂ ਨੇ ਦੱਸਣਾ। ਜਿਹੜਾ ਸਾਡਾ ਰਿਕਾਰਡ ਆ, ਉਹ ਰਿਕਾਰਡ ਦੇ ਵਿੱਚ ਜੋ ਕੁਛ ਹੈਗਾ ਉਸ ਗੱਲ ਨੇ ਦੱਸ ਦੇਣਾ। ਇਹਦੇ 'ਚ ਕਿਸੇ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਕਿਸੇ ਨੂੰ ਬਚਾਉਣਗੇ ਜੀ? ਅੱਜ ਦੀ ਤਰੀਕ ਤੱਕ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿੰਨੀ ਵੀ ਕੀਤੀ ਕਾਰਗੁਜ਼ਾਰੀ ਹੈ, ਕੁੱਲ ਦੁਨੀਆ ਨੂੰ ਸਿਰ ਝੁਕਾਉਂਦੀ ਹੈ, ਨਮਸਕਾਰ ਕਰਦੀ ਹੈ। ਸੋ ਅਸੀਂ ਬੇਲੋੜਾ ਇਸ ਤਰ੍ਹਾਂ ਦਾ ਵਿਵਾਦ ਨਾ ਪੈਦਾ ਕਰੀਏ। ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਲਈ ਜਥੇਦਾਰ 'ਤੇ ਬੇਲੋੜੀ ਉਂਗਲ ਚੁੱਕਣੀ ਮੈਂ ਸਮਝਦਾ ਕਿ ਇਹ ਚੰਗੀ ਗੱਲ ਨਹੀਂ। ਇਹਦੇ ਨਾਲ ਸਿੱਖੀ ਕਮਜ਼ੋਰ ਹੁੰਦੀ ਆ। ਸਿੱਖਾਂ ਦੇ ਜਿਹੜੇ ਉਸ ਸੁਪਰੀਮ ਸਥਾਨ ਹੈ, ਉਹਨਾਂ ਦੇ ਨਾਲ ਅਸੀਂ ਜਦੋਂ ਟੱਕਰ ਲੈਂਦੇ ਹਾਂ ਜਾਂ ਉਹਨਾਂ ਦੇ ਉਂਗਲ ਚੁੱਕਦੇ ਹਾਂ, ਤਾਂ ਇਹਦੇ ਨਾਲ ਸਾਡਾ ਕੋਈ ਸਿੱਖੀ ਦਾ ਭਲਾ ਨਹੀਂ ਹੈਗਾ। ਇਸ ਗੱਲ ਦੇ ਵਿੱਚ ਸਾਡਾ ਨੁਕਸਾਨ ਹੀ ਆ। ਇੱਕ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ, ਤੁਹਾਨੂੰ ਵੀ ਪਤਾ, ਉਹਨਾਂ ਨੇ ਬਿਆਨ ਦਿੱਤਾ ਹੈ। ਬਿਆਨ ਅਜਿਹੇ ਸਮੇਂ ਦਿੱਤਾ ਜਦੋਂ ਰਾਮ ਮੰਦਿਰ ਦਾ ਭੂਮੀ ਪੂਜਨ ਹੋ ਰਿਹਾ ਸੀ, ਕਿਉਂਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਉੱਥੇ ਹੀ ਟਿਕੀਆਂ ਹੋਈਆਂ ਸੀ ਵੀ ਕਿਹੜੇ ਸਿੱਖ ਉੱਥੇ ਜਾਂਦੇ ਨੇ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ, ਕੀ ਹੁੰਦਾ। ਤੁਹਾਡਾ ਉਸ ਬਾਰੇ ਕੀ ਰੱਖਿਆ? ਦੇਖੋ, ਕਿੱਡੀ ਸੁੰਦਰ ਬਾਤ ਕਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਪਰੀਮ ਸਾਡੇ ਹੈ ਨੇ ਰੁਤਬੇ 'ਤੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਉਹ ਮੰਦਿਰ ਬਣਾ ਰਹੇ ਆ, ਉਹ ਮੰਦਿਰ ਉਹਨਾਂ ਨੂੰ ਮੁਬਾਰਕ ਆ,
ਪਰ ਉਹਨਾਂ ਨੇ ਨਾਲ ਹੀ ਯਾਦ ਕਰਾ ਦਿੱਤਾ ਕਿ ਸਿੱਖਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਆ, ਡਾਂਗਮਾਰ ਸਾਹਿਬ ਆ, ਜਾਂ ਹਰਿਦੁਆਰ ਵਿੱਚ ਗੁਰਦੁਆਰਾ ਸਾਹਿਬ ਆ, ਗਿਆਨ ਗੋਦਰੀ ਸਾਹਿਬ ਆ, ਹੋਰ ਵੀ ਜਿੰਨੇ ਗੁਰਦੁਆਰਾ ਸਾਹਿਬ ਜਿਹੜੇ ਮੰਗੂ ਮੱਠ, ਉਹ ਗੁਰਦੁਆਰੇ ਜਿਹੜੇ ਆ ਢਾਏ ਗਏ ਆ, ਉਹਨਾਂ ਨੂੰ ਵੀ ਬਣਾਇਆ ਜਾਵੇ। ਦੇਖੋ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਕਿ ਸਾਡੇ ਵਿੱਚ ਬੜੀ ਇਸ ਗੱਲ ਦਾ ਵਿਵਾਦ, ਚਰਚਾ ਦਾ ਵਿਸ਼ਾ, ਜਥੇਦਾਰ ਸਾਹਿਬ ਜਾਣਗੇ ਨਹੀਂ ਜਾਣਗੇ। ਦੇਖੋ ਜਥੇਦਾਰ ਸਾਹਿਬ ਨੇ ਤਾਂ ਆਪਣਾ ਕੌਮੀ ਫਰਜ਼ ਅਦਾ ਕਰਨਾ, ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਆ, ਉਹੀ ਅਸਲੀ ਜਥੇਦਾਰ। ਸੋ ਇਸ ਕਰਕੇ ਉਹਨਾਂ ਨੇ ਬਹੁਤ ਸੁੰਦਰ ਇਹ ਗੱਲ ਕੀਤੀ ਹੈ। ਜਿਹੜੀ ਗਿਆਨੀ ਗੁਰਬਚਨ ਸਿੰਘ ਜੀ ਗਏ ਆ, ਪਟਨਾ ਸਾਹਿਬ ਵਾਲੇ ਸਾਬਕਾ ਇਕਬਾਲ ਸਿੰਘ ਜੀ, ਉਹ ਆਪਣੇ ਜਾਤੀ ਤੌਰ 'ਤੇ ਗਏ ਆ। ਇਹ ਗੱਲ ਠੀਕ ਹੈ ਕਿ ਮੈਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੋਊਂਗਾ ਕਿ ਉਹਨਾਂ ਦਾ ਜਾਣਾ ਇੱਕ ਸ਼ੰਕਾ ਦੇ ਘੇਰੇ ਵਿੱਚ ਆ, ਅਤੇ ਬਹੁਤ ਸਾਰੀਆਂ ਜਿਹੜੇ ਸਵਾਲ ਆ ਉਹਨਾਂ ਦੇ ਜਾਣ ਵਿੱਚ ਬਣਦੇ ਆ। ਉਹ ਮੈਂ ਤਾਂ ਇਹ ਗੱਲ ਤੁਹਾਡੇ ਨਾਲ, ਤੁਸੀਂ ਵੀ ਸਹਿਮਤ ਹੋਵੋਗੇ ਕਿ ਉਹ ਸਿੱਖਾਂ ਦੀ ਨੁਮਾਇੰਦਗੀ ਕਰਨ 'ਤੇ ਨਹੀਂ ਗਏ, ਉਹ ਨਿੱਜੀ ਤੌਰ 'ਤੇ ਆਪਣੇ ਫੈਸਲੇ ਮੁਤਾਬਕ ਗਏ ਨੇ। ਇਸ ਗੱਲ ਬਾਰੇ ਉਹ ਕਿਉਂ ਗਏ ਨੇ, ਕਿਵੇਂ ਗਏ ਨੇ, ਕੌਮ ਵੀ ਆਉਣ ਵਾਲੇ ਦਿਨਾਂ 'ਚ ਦੱਸ ਦੇਗੀ, ਅਤੇ ਉਹ ਜੇ ਇਸ ਗੱਲ ਦਾ ਕੋਈ ਸਵਾਲ ਠੋਸ ਪੁੱਛਣਾ ਤਾਂ ਉਹ ਯਾਦ ਦੱਸਣਗੇ ਇਸ ਗੱਲ। ਵੈਸੇ ਜਿਹੜਾ ਬਿਆਨ ਦਿੱਤਾ ਉਹਨਾਂ 'ਤੇ ਕਾਰਵਾਈ ਨਹੀਂ ਬਣਦੀ ਤੁਹਾਡੇ ਹਿਸਾਬ ਨਾਲ? ਵੀ ਇੱਕ ਤਰ੍ਹਾਂ ਦੀ ਸਿੱਖ ਕੌਮ ਨੂੰ ਢਾਹ ਲੱਗੀ। ਉਹਨਾਂ ਨੇ ਕਿਹਾ ਵੀ ਜਿਹੜੇ ਸ੍ਰੀ ਰਾਮ ਚੰਦਰ ਸੀ, ਉਹਨਾਂ ਦੇ ਪੁੱਤਰ ਲਵ ਕੁਸ਼, ਉਹਨਾਂ ਦੀ ਵੰਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਕੌਮ ਨੂੰ ਢਾਹ ਨਹੀਂ ਲੱਗਦੀ ਇੱਕ ਤਰ੍ਹਾਂ ਦੀ? ਇਹ ਦੇਖੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹਦੇ ਨਾਲ ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਐਵੇਂ ਕਹਿ ਦਿੰਦੇ ਹਾਂ ਵੀ ਢਾਹ ਲੱਗਦੀ ਆ। ਸਿੱਖ ਕੌਮ ਬੜੀ ਮਜ਼ਬੂਤ, ਵੱਡੇ ਸਿਧਾਂਤਾਂ ਵਾਲੀ ਆ। ਸੋ ਇਸ ਤਰ੍ਹਾਂ ਦੇ ਬਹੁਤ ਲੋਕ ਨੇ ਜਿਹੜੇ ਕਾਰਵਾਈਆਂ ਕਰਦੇ ਆ, ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ। ਬਾਕੀ ਇਸ ਬਾਰੇ ਜਿਹੜਾ ਫੈਸਲਾ ਕਰਨਾ, ਕਿਉਂਕਿ ਉਹ ਸਾਬਕਾ ਜਥੇਦਾਰ ਰਹੇ ਨੇ, ਇਹਨਾਂ ਬਾਰੇ ਜਿਹੜਾ ਫੈਸਲਾ ਵਾ ਉਹ ਸਾਡੀ ਉੱਚ ਧਾਰਮਿਕ ਸ਼ਖਸੀਅਤਾਂ ਉਹੀ ਬੈਠ ਕੇ ਇਹਦੇ ਬਾਰੇ ਯੋਗ ਜਿਹੜੀ ਆ ਗੱਲ ਕਰ ਸਕਦੀਆਂ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਬਾਰੇ ਕੋਈ ਵਿਚਾਰ ਚਰਚਾ ਜ਼ਰੂਰ ਹੋਏਗੀ। ਇੱਕ ਲੰਗਾਹ ਦਾ ਮਾਮਲਾ ਕਾਫੀ ਗਰਮਾਇਆ, ਕਈ SGPC ਦੇ ਮੁਲਾਜ਼ਮਾਂ 'ਤੇ ਵੀ ਕਾਰਵਾਈ ਹੋਈ ਆ, ਬਟ ਕਈ ਲੋਕ ਹੁਣ ਵੀ ਸਵਾਲ ਚੁੱਕ ਰਹੇ ਨੇ ਵੀ ਇਹਦੇ ਪਿੱਛੇ ਕੋਈ ਹੋਰ ਬੰਦੇ ਸੀ ਜਿਹੜੇ ਅੰਮ੍ਰਿਤਪਾਨ ਕਰਾਉਣ ਕੇ ਉਹਨੂੰ ਮਾਫੀ ਦਿਵਾਉਣਾ ਚਾਹੁੰਦੇ ਸੀ, ਪਰ ਉਹ ਪਿੱਛੇ ਲੁਕ ਗਏ, ਮੁਲਾਜ਼ਮਾਂ ਦੇ ਗਾਜ ਡਿੱਗੀ, ਉਹ ਰਗੜੇ ਗਏ। ਦੇਖੋ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਜਿਨ੍ਹਾਂ ਦੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਵਾਰਾ ਕਮੇਟੀ ਵਾਲੇ ਮੇਰੇ ਲਈ ਸਤਿਕਾਰਯੋਗ ਨੇ ਸਾਰੇ। ਉਹਨਾਂ ਨੂੰ ਇਹ ਗੱਲ ਦੇਖ ਲੈਣੀ ਚਾਹੀਦੀ ਹੈ ਕਿ ਜਥੇਦਾਰ ਸਾਹਿਬ ਦੀ ਜਿਹੜੀ ਕਾਰਵਾਈ ਆ ਏਡੀ ਜ਼ਬਰਦਸਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਜਿਹੜਾ ਕਿ ਉਹਨਾਂ ਨੇ ਛੇਕਣ ਵਾਲੀ ਗੱਲ ਕਰਤੀ, ਉਹਨੂੰ ਸਜ਼ਾ ਸੁਣਾ ਦਿੱਤੀ ਗਈ। ਇੱਕ ਪੁਰਾਣਾ ਜਿਹੜਾ ਮੈਂਬਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ ਨਾਲ ਜਿਹੜੇ ਉੱਥੋਂ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆ। ਦੇਖੋ ਇੱਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਜਥੇਦਾਰ ਸਾਹਿਬ ਦੇ ਇਸ ਫੈਸਲੇ ਦਾ ਕਿਸੇ ਵੀ ਤਰ੍ਹਾਂ ਕਿਸੇ ਨੂੰ ਬਚਾਉਣ ਦਾ ਮਨਸ਼ਾ ਨਹੀਂ ਹੈਗਾ। ਬਾਕੀ ਕਿਉਂਕਿ ਇਹ ਜਦੋਂ ਹੁਣ ਸਾਰੇ ਤਲਬ ਹੋਏ ਨੇ, ਕਿਉਂਕਿ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਉਹ ਅਗਲੇ ਦਿਨ ਹੀ ਜਥੇਦਾਰ ਸਾਹਿਬ ਕੋਲ ਪੇਸ਼ ਹੋ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ, ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਆ, ਅਤੇ ਬਹੁਤ ਇੱਕ ਕਲੀਅਰ, ਇੱਕ ਸਪਸ਼ਟ ਮੈਸੇਜ ਗਿਆ ਇਸ ਗੱਲ ਦਾ ਕਿ ਅਕਾਲ ਤਖਤ ਸਾਹਿਬ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ, ਜਿਵੇਂ ਕਹਿੰਦੇ ਹੁੰਦੇ ਆ ਵੀ ਕੋਈ ਅਸੀਂ ਚਾਲਬਾਜ਼ੀ ਨਹੀਂ ਕਰ ਸਕਦੇ ਅਤੇ ਕਰਨੀ ਵੀ ਨਹੀਂ ਚਾਹੀਦੀ। ਸੋ ਬਹੁਤ ਚੰਗਾ ਫੈਸਲਾ ਕੀਤਾ ਜਥੇਦਾਰ ਸਾਹਿਬ ਨੇ। ਜਿਹੜੀ ਵੀ ਗੱਲ ਆ ਆਉਣ ਵਾਲੇ ਦਿਨਾਂ 'ਚ ਜੇ ਉੱਥੋਂ ਦਾ ਸ਼੍ਰੋਮਣੀ ਕਮੇਟੀ ਮੈਂਬਰ, ਜੇ ਆਪਾਂ ਇਹ ਗੱਲ ਕਹੀਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਆ, ਭਾਵੇਂ ਕਿ ਇਹ ਗੁਨਾਹ ਨਹੀਂ ਹੈਗਾ ਕਿ ਕੋਈ ਵੀ ਬੰਦਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੋਵੇ ਅਤੇ ਮੈਂਬਰ ਵੀ ਹੋਵੇ, ਕੋਈ ਗੁਨਾਹ ਨਹੀਂ ਹੈਗਾ, ਮੈਂ ਵੀ ਇਸ ਤਰ੍ਹਾਂ ਵਾਂ, ਪਰ ਕੀ ਆ ਵੀ ਉਸ ਨੂੰ ਵੀ ਬਖਸ਼ਿਆ ਨਹੀਂ ਗਿਆ। ਇਸ ਕਾਰਵਾਈ 'ਚ ਜੇ ਕਿਸੇ ਵੀ ਤਰ੍ਹਾਂ ਮਾੜੀ ਮੋਟੀ ਸ਼ਮੂਲੀਅਤ ਪਾਏਗੀ, ਭਾਵੇਂ ਉਹਦਾ ਇਲਾਕਾ ਹੋਣ ਕਰਕੇ ਜਾਂ ਕਿਸ ਤਰ੍ਹਾਂ ਵੀ, ਉਹਨੂੰ ਵੀ ਜਦੇ ਹੀ ਜਿਹੜੀ ਆ ਉਹ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਆ। ਸੋ ਇਹ ਗੱਲ ਮੈਂ ਤੁਹਾਨੂੰ ਪੂਰਨ ਵਿਸ਼ਵਾਸ ਨਾਲ, ਕਿਉਂਕਿ ਵੈਸੇ ਸਾਰੀਆਂ ਸਿੱਖ ਭਾਵਨਾਵਾਂ ਅੱਜ ਇਸ ਗੱਲ 'ਤੇ ਗਵਾਹੀ ਭਰਦੀਆਂ ਨੇ ਕਿ ਜਥੇਦਾਰ ਸਾਹਿਬ ਵੱਲੋਂ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਿੱਖੀ ਸਿਧਾਂਤਾਂ ਅਤੇ ਰਵਾਇਤਾਂ ਦੇ ਮੁਤਾਬਕ ਆ, ਅਤੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ। ਗਰੇਵਾਲ ਜੀ, ਮੇਰਾ ਇੱਕ ਸਿਆਸੀ ਸਵਾਲ, ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਹੋਰ ਕਈ ਸਾਥੀ ਨੇ, ਬ੍ਰਹਮਪੁਰਾ ਚਲੋ ਉਹਨਾਂ ਨਾਲ ਅਲੱਗ ਹੋ ਗਏ, ਸੇਵਾ ਸਿੰਘ ਸੇਖਵਾਂ ਇਹਨਾਂ ਨਾਲ ਆ ਗਏ, ਹੋਰ ਵੀ ਕਈ ਲੀਡਰ ਨੇ, SGPC ਦੇ ਮੈਂਬਰ ਵੀ ਉਹਨਾਂ ਨਾਲ ਜਾ ਰਹੇ ਨੇ। ਉਹ ਕਹਿੰਦੇ ਵੀ ਅਸੀਂ SGPC ਨੂੰ ਆਜ਼ਾਦ ਕਰਵਾਉਣਾ ਇੱਕ ਪਰਿਵਾਰ ਦੇ ਕਬਜ਼ੇ 'ਚੋਂ। ਦੇਖੋ ਅੱਗੇ ਵੀ ਇਹ ਗੱਲ ਕਰੀ ਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਗੁਲਾਮ ਨਹੀਂ ਹੈਗੀ। ਮੈਂਬਰ ਜਿੰਨੇ ਆ ਉਹਨਾਂ ਨੂੰ ਸੰਗਤ ਚੁਣ ਕੇ ਭੇਜਦੀ ਆ, ਵੋਟਾਂ ਪੈਂਦੀਆਂ ਨੇ, ਬੜੀ ਚੰਗੀ ਪ੍ਰਕਿਰਿਆ ਨਾਲ ਵੋਟਾਂ ਪੈਂਦੀਆਂ ਨੇ, ਕੋਈ ਠੋਸਿਆ ਨਹੀਂ ਜਾਂਦਾ। ਸੋ ਇਸ ਕਰਕੇ ਇਹਨੂੰ ਗੁਲਾਮ ਨਹੀਂ ਕਹਿ ਸਕਦੇ। ਹਾਂ ਇਹ ਗੱਲ ਠੀਕ ਹੈ ਕਿ ਬਹੁ ਗਿਣਤੀ ਜਿਹੜੇ ਲੋਕ ਨੇ, ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਸੀ ਕਿ ਅਕਾਲੀ ਦਲ ਦਾ ਮੈਂਬਰ ਹੋਣਾ ਕੋਈ ਗੁਨਾਹ ਹੈ। ਇੱਕ ਰਾਜਸੀ ਪਾਰਟੀ ਹੈ ਜਿਹੜੀ ਸਿੱਖਾਂ ਦੀ ਪੰਜਾਬ ਦੀ ਨੁਮਾਇੰਦਗੀ ਕਰਦੀ ਆ, ਬੜਾ ਲੰਬਾ ਸਮਾਂ ਰਾਜ ਕੀਤਾ, ਸਿੱਖਾਂ ਦੇ ਹੱਕਾਂ ਦੀ ਲੜਾਈ ਲਈ ਬੜਾ ਲੰਬਾ ਸੰਘਰਸ਼ ਕੀਤਾ। ਸੋ ਉਹਦਾ ਜੇ ਨੁਮਾਇੰਦੇ ਇਕੱਠੇ ਵੱਧ ਗਿਣਤੀ 'ਚ ਆਉਣ ਅਤੇ ਉਹ ਆਪਣਾ ਪ੍ਰਧਾਨ ਚੁਣਦੇ ਆ, ਅਤੇ ਮੈਨੂੰ ਲੱਗਦਾ ਕੋਈ ਇਸ ਗੱਲ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ। ਹਾਂ ਇਲੈਕਸ਼ਨ ਜਦੋਂ ਆਉਣੀ ਆ,
ਉਹ ਇਲੈਕਸ਼ਨ ਆਉਂਦੀ ਆ, ਇਲੈਕਸ਼ਨ ਦੇ ਵਿੱਚ ਹਰ ਬੰਦੇ ਦਾ ਅਧਿਕਾਰ ਹੈ, ਹਰੇਕ ਸਿੱਖ ਦਾ ਹੱਕ ਹੈ, ਉਹ ਇਲੈਕਸ਼ਨ 'ਚ ਜਾ ਸਕਦਾ, ਇਲੈਕਸ਼ਨ 'ਚ ਜਾ ਕੇ ਆਪਦੀ ਵੋਟ ਮੰਗ ਸਕਦਾ। ਸੰਗਤ ਦਾ ਜਿਹੜਾ ਫਤਵਾ ਵਾ ਉਹ ਸਭ ਨੂੰ ਮੰਨਣਾ ਚਾਹੀਦਾ, ਅਸੀਂ ਵੀ ਮੰਨਾਂਗੇ, ਢੀਂਡਸਾ ਸਾਹਿਬ ਵੀ ਮੰਨਣਗੇ, ਸਾਰੇ ਮੰਨਣਗੇ ਇਸ ਗੱਲ ਨੂੰ। ਉਹ ਤਾਂ ਤੁਸੀਂ ਵੀ ਬਿਆਨਬਾਜ਼ੀ ਉਹਨਾਂ ਦੀ ਸੁਣੀ ਹੋਣੀ ਆ। ਉਹ ਕਹਿੰਦੇ ਵੀ ਜਿਹੜੇ ਐਸਜੀਪੀਸੀ 'ਚ ਘਪਲੇ, ਉਹਨਾਂ ਨੇ ਕਿਹਾ ਵੀ ਘਪਲੇ ਬਹੁਤ ਹੁੰਦੇ ਨੇ, ਪਰ ਉਹ ਜੇਕਰ ਕਹਿੰਦੇ ਵੀ ਸਾਡੇ ਹੱਥ ਆ ਗਈ ਐਸਜੀਪੀਸੀ, ਜੇਲ੍ਹ ਭੇਜਾਂਗੇ ਸਿੱਧੀ ਉਹਨਾਂ ਨੂੰ। ਨਹੀਂ ਜੀ, ਹੁਣ ਵੀ ਘਪਲੇ ਕੋਈ ਵੀ ਬਰਦਾਸ਼ਤ ਨਹੀਂ ਹੈਗੇ, ਹੋਣੇ ਚਾਹੀਦੇ ਵੀ ਨਹੀਂ। ਜੇ ਪਿਛਲੇ ਸਮੇਂ ਕੋਈ ਕੁਤਾਹੀ ਹੋਈ ਆ, ਉਸ ਕੁਤਾਹੀ ਨਾਲ ਜਾਂ ਕਿਸੇ ਨੇ ਘਪਲਾ ਕੀਤਾ, ਜੇ ਕਿਸੇ ਨੇ ਉਸ ਦੀ ਖੈਰਖੁਆਈ ਕੀਤੀ ਆ, ਮਾੜੀ ਆ। ਅੱਜ ਵੀ ਅਸੀਂ ਉਹਦੀ ਨਿੰਦਾ ਕਰਦੇ ਹਾਂ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ। ਜਿਹੜੀ ਵੀ ਗੱਲ ਸਾਹਮਣੇ ਆਉਂਦੀ ਆ, ਸੰਗਤ ਨੂੰ ਅਸੀਂ ਪੁਰਜ਼ੋਰ ਬੇਨਤੀ ਕਰਦੇ ਹਾਂ, ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰਬੰਧ ਚੂਣਤਾਈ ਲੱਗਦੀ ਆ, ਉਸ ਨੂੰ ਸਾਨੂੰ ਦੱਸਿਆ ਜਾਵੇ। ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਨਾਲ, ਪ੍ਰਧਾਨ ਸਾਹਿਬ ਨਾਲ, ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ। ਬਿਲਕੁਲ ਉਸ ਦੇ ਨਾਲ ਡਟ ਕੇ ਅਸੀਂ ਉਸ ਊਣਤਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਰਾਜਸੀ ਅਹੁਦਾ ਜਾਂ ਰੁਤਬਾ ਨਹੀਂ ਹੈਗਾ, ਇਹ ਤਾਂ ਇੱਕ ਸੇਵਾ ਹੈ। ਜਿਸ ਨੂੰ ਸੇਵਾ ਮਿਲਦੀ ਆ ਉਹਨੂੰ ਸੇਵਾ ਦੇ ਤੌਰ 'ਤੇ ਮੰਨਣਾ ਚਾਹੀਦਾ। ਜਿਹੜਾ ਨਹੀਂ ਕਰਦਾ ਉਹ ਇਸ ਗੱਲ ਲਈ ਭੁਗਤਾਨ ਭੁਗਤੇਗਾ। ਗਰੇਵਾਲ ਜੀ, ਐਸਜੀਪੀਸੀ ਚੋਣਾਂ ਕਿਉਂ ਨਹੀਂ ਹੋ ਰਹੀਆਂ? ਸਮਾਂ ਇੰਨਾ ਲੰਘ ਗਿਆ, ਕਹਿੰਦੇ ਵੀ ਰੋਕੀਆਂ ਗਈਆਂ ਨੇ, ਇਲਜ਼ਾਮ ਇਹੀ ਨੇ ਢੀਂਡਸਾ ਪਰਿਵਾਰ ਦੇ, ਹੋਰ ਲਾ ਲਓ ਕਈ ਜਿਹੜੇ ਉਹਨਾਂ ਦੇ ਨਾਲ ਸਮਰਥਕ ਨੇ, ਕਿਉਂ ਨਹੀਂ ਕਰਵਾਈਆਂ ਜਾ ਰਹੀਆਂ? ਦੇਖੋ, ਇਹ ਤਾਂ ਬਿਲਕੁਲ ਹੀ ਕਲੀਅਰ ਹੈ, ਕਿਸੇ ਨੂੰ ਰੋਕਿਆ ਨਹੀਂ ਗਿਆ। ਜਿਹੜੀਆਂ ਚੋਣਾਂ ਨੇ ਇਹ ਕਾਨੂੰਨੀ ਉਸ ਨੁਕਤੇ ਨਿਗਾਹ ਦੇ ਅੰਦਰ, ਕਿਉਂਕਿ 5 ਸਾਲ ਜਿਹੜੀ ਪਹਿਲੇ 5 ਸਾਲ ਲੰਘੇ ਆ, ਉਹਨਾਂ 5 ਸਾਲਾਂ ਦੇ ਅੰਦਰ ਜਿਹੜੀ ਹੈ ਉਹ ਚੋਣ ਨਹੀਂ ਹੋਈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਸੀਗਾ। ਉਸ ਤੋਂ ਬਾਅਦ ਜਿਹੜੇ ਮੌਜੂਦਾ ਮੈਂਬਰ ਨੇ ਉਹਨਾਂ ਨੂੰ 5 ਸਾਲ ਦੇ ਵਿਚਰਨ ਦਾ ਅਧਿਕਾਰ ਮਿਲਿਆ। ਕੋਰਟ ਦੇ ਵਿੱਚ ਕੇਸ ਚੱਲਦਾ, ਜਿਸ ਦਿਨ ਕੋਰਟ ਫੈਸਲਾ ਕਰਦੇ ਕਿ ਉਸੇ ਦਿਨ ਚੋਣ ਹੋ ਜਾਣੀ ਚਾਹੀਦੀ ਆ। ਨਾ ਤਾਂ ਅਕਾਲੀ ਦਲ ਇਸ ਗੱਲ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਪਾ ਰਿਹਾ, ਨਾ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਪਾ ਰਿਹਾ। ਸੋ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ। ਜਦੋਂ ਕਾਨੂੰਨ ਮੁਤਾਬਕ ਚੋਣ ਹੋਣੀ ਚਾਹੀਦੀ ਆ, ਸਰਕਾਰ ਦਾ ਅਧਿਕਾਰ ਆ, ਉਹ ਜਦੋਂ ਵੀ ਕਾਨੂੰਨ ਕਹੇਗਾ, ਅਦਾਲਤ ਕਹੇਗੀ, ਉਦੋਂ ਹੀ ਚੋਣ ਹੋ ਜਾਣੀ ਚਾਹੀਦੀ ਆ। ਅਸੀਂ ਕਿਸ ਤਰ੍ਹਾਂ ਦੀ ਰੁਕਾਵਟ ਨਾ ਪਾਈ ਆ, ਨਾ ਪਾਉਣੀ ਆ। ਗਰੇਵਾਲ ਜੀ, ਮੇਰਾ ਲਾਸਟ ਸਵਾਲ ਹੈ ਇੱਕ ਡੇਰਾ ਮੁਖੀ ਨੂੰ ਲੈ ਕੇ। ਜਦੋਂ ਉਹਨਾਂ ਨੂੰ ਮਾਫੀ ਦਿੱਤੀ ਗਈ, ਕਾਫੀ ਮਾਮਲਾ ਗਰਮਾਇਆ। ਹੁਣ ਵੀ ਬੇਸ਼ੱਕ ਅਕਾਲੀ ਦਲ 'ਤੇ ਇਹ ਇਲਜ਼ਾਮ ਲੱਗਦੇ ਨੇ ਵੀ ਉਹਨਾਂ ਨੂੰ ਮਾਫੀ ਦਿੱਤੀ ਗਈ, ਬਾਅਦ ਵਿੱਚ ਐਸਜੀਪੀਸੀ ਨੇ ਉਹਨਾਂ ਦੀ ਹਥਿਆਰ ਵੀ ਜਾਰੀ ਕੀਤੇ, ਕਰੋੜਾਂ ਰੁਪਏ ਦਾ ਖਰਚਾ ਵੀ ਕੀਤਾ। ਇਹ ਇਲਜ਼ਾਮ ਨੇ ਵਿਰੋਧੀਆਂ ਦੇ। ਤੁਹਾਨੂੰ ਲੱਗਦਾ ਵੀ ਇੱਕ ਡੇਰਾ ਮੁਖੀ ਦੀ ਮਾਫੀ ਅਕਾਲੀ ਦਲ ਨੂੰ ਕਾਫੀ ਧੱਕਾ ਲੱਗਿਆ? ਹਾਲੇ ਵੀ ਇਹ ਧੱਬਾ ਇੱਕ ਤਰ੍ਹਾਂ ਦਾ ਲੱਗਿਆ ਹੋਇਆ, ਕਿਉਂਕਿ ਵਿਰੋਧੀਆਂ ਲਈ ਹੋਰ ਕੋਈ ਮੁੱਦਾ ਨਹੀਂ ਹੁੰਦਾ। ਬੇਅਦਬੀ, ਗੋਲੀकांड, ਡੇਰਾ ਮੁਖੀ ਦੀ ਮਾਫੀ, ਤਿੰਨ ਇਹ ਮੁੱਦੇ ਉਹਨਾਂ ਲਈ ਅਹਿਮ ਹੁੰਦੇ ਨੇ। ਦੇਖੋ, ਅਸੀਂ ਤਾਂ ਕੋਠੇ ਚੜ੍ਹ ਕੇ ਇਹ ਗੱਲ ਕੀਤੀ ਆ, ਪਹਿਲਾਂ ਵੀ ਕੀਤੀ ਆ, ਕਿ ਡੇਰਾ ਮੁਖੀ ਦੀ ਮਾਫੀ ਗਲਤ ਸੀ। ਉਹ ਤਾਂ ਇਸੇ ਕਰਕੇ ਡੇਰਾ ਮੁਖੀ ਦੀ ਮਾਫੀ ਜਿਹੜੀ ਕੀਤੀ ਗਈ, ਉਸ ਦੇ ਅਕਾਲੀ ਦਲ ਨੇ ਵੀ ਉਸ ਗੱਲ ਦਾ ਵਿਰੋਧ ਕੀਤਾ, ਉਹ ਫੈਸਲਾ ਵਾਪਸ ਲਿਆ ਗਿਆ। ਡੇਰੇ ਵਾਲੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੱਗ ਲਪੇਟ ਨਹੀਂ। ਡੇਰੇ ਦੀ ਮਾਫੀ ਗਲਤ ਸੀ। ਸਾਡੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਈਆਂ ਸਾਡੇ ਤੋਂ ਗਲਤੀਆਂ, ਉਹਨਾਂ ਦੇ ਕਰਕੇ ਹੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਨਾ, ਅੱਜ ਅਸੀਂ ਇੱਥੇ ਖੜ੍ਹੇ ਹਾਂ। ਗਲਤੀਆਂ ਹੋ ਜਾਂਦੀਆਂ, ਪਰ ਗਲਤੀ ਅਸੀਂ ਉਹਨੂੰ ਬਰਕਰਾਰ ਨਹੀਂ ਰੱਖਿਆ, ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਅੰਦਰ ਇਸ ਤਰ੍ਹਾਂ ਦੀਆਂ ਕੋਈ ਗਲਤੀਆਂ ਨਹੀਂ ਹੋਣਗੀਆਂ। ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ। ਚੱਲਦਿਆਂ ਸਮੇਂ ਗਲਤੀਆਂ ਹੁੰਦੀਆਂ ਆਈਆਂ, ਹੋ ਗਈਆਂ, ਅਸੀਂ ਉਹਨੂੰ ਮੰਨੀ, ਅਤੇ ਅੱਜ ਵੀ ਅਸੀਂ ਇਸ ਗੱਲ ਲਈ ਆਪਣੀ ਝੋਲੀ ਪਵਾਈ ਆ। ਜੋ ਲੋਕਾਂ ਨੇ ਫਤਵਾ ਦਿੱਤਾ, ਇਸੇ ਕਰਕੇ ਦਿੱਤਾ ਨਾ। ਸੋ ਜਿਹੜੀ ਉਹ ਮਾਫੀ ਸੀ, ਉਹ ਮਾਫੀ ਬਿਲਕੁਲ ਗਲਤ ਸੀ, ਅਤੇ ਉਸ ਗੱਲ ਨੂੰ ਦੁਬਾਰਾ ਰਿਵਾਈਜ਼ ਵੀ ਕੀਤਾ ਗਿਆ, ਅਤੇ ਉਸ ਗੱਲ 'ਤੇ ਉਹਨੂੰ ਦੁਬਾਰਾ ਮੁੜ ਤੋਂ ਦੋਸ਼ੀ ਕਰਾਰ ਵੀ ਦਿੱਤਾ ਗਿਆ। ਵੀ ਆਪਣਾ ਜਿਹੜਾ ਸਰੂਪ ਚੋਰੀ ਉਹ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਅਪੀਲ ਕਰਨਾ ਚਾਹੁੰਦੇ ਸੀ? ਪਟਿਆਲੇ ਪਹੁੰਚੇ ਸੀ ਅੱਜ। ਦੇਖੋ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਹਰ ਸਿੱਖ ਦਾ ਕਿ ਸਮੁੱਚੇ ਮਾਨਵਤਾ ਦੇ ਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਉਹਨਾਂ ਦਾ ਸਰੂਪ ਚੋਰੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਹੈ। ਇਸ ਗੱਲ ਨੂੰ ਆਮ ਨਹੀਂ ਲਿਆ ਜਾਣਾ ਚਾਹੀਦਾ। ਜਿਵੇਂ ਕੱਲ੍ਹ ਸਾਡੇ 'ਤੇ ਕੀ ਨਾ, ਭਾਵੇਂ ਕਿ ਉਸ ਸਮੇਂ ਦੀ ਸਰਕਾਰ ਨੇ ਇਸ ਗੱਲ ਲਈ ਬੜੀ ਵੱਡੀ ਚਾਰਾਜੋਈ ਕੀਤੀ ਸੀ, ਜਿਹੜੀ ਕਿ ਅੱਜ ਭਾਵੇਂ ਲੋਕ ਨਹੀਂ ਸੁਣਦੇ ਜਾਂ ਅਸੀਂ ਉਸ ਕਦਰ ਉਸ ਨੂੰ ਸੁਣਾ ਨਹੀਂ ਸਕੇ, ਕਿਉਂਕਿ ਗੁਨਾਹ ਹੀ ਬਹੁਤ ਵੱਡਾ ਸੀ ਉਹ। ਅਤੇ ਇਹ ਅੱਜ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ, ਕਿਉਂਕਿ ਕੱਲ੍ਹ ਨੂੰ ਸ਼ਰਾਰਤੀ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਦਾ ਅੰਜਾਮ ਦਿੰਦੇ ਆ। ਰੱਬ ਨਾ ਕਰੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਤਾਂ ਜ਼ਿੰਮੇਵਾਰ ਕੌਣ ਹੋਏਗਾ? ਸੋ ਇਸ ਕਰਕੇ ਸਾਡਾ ਸਭ ਦਾ ਫਰਜ਼ ਬਣਦਾ, ਭਾਵੇਂ ਕੋਈ ਹਿੰਦੂ ਆ, ਭਾਵੇਂ ਸਿੱਖ ਆ, ਮੁਸਲਮਾਨ ਆ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਚੋਰੀ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਘਟਨਾ। ਇਹਨੂੰ ਤੁਰੰਤ ਇਹ 'ਤੇ ਕਾਰਵਾਈ ਕਰਕੇ ਉਹ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੇ ਕੋਈ ਠੇਸ ਪਹੁੰਚੀ ਆ, ਉਸ ਨੂੰ ਰਾਹਤ ਦੇਣ ਦਾ ਕੰਮ ਸਰਕਾਰਾਂ ਦਾ ਹੁੰਦਾ। ਸੋ ਅੱਜ ਦੇ ਸਮੇਂ 'ਚ ਕੈਪਟਨ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਆ। ਧੰਨਵਾਦ ਜੀ ਬਹੁਤ। ਇਹ ਸਨ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਪ੍ਰਧਾਨ ਨੇ, ਜਿਨ੍ਹਾਂ ਨੇ ਸਵਾਲਾਂ ਦੇ ਸਪਸ਼ਟ ਤੇ ਸਿੱਧੇ ਜਵਾਬ ਦਿੱਤੇ ਨੇ। ਉਹਨਾਂ ਦਾ ਕਹਿਣਾ ਵੀ ਅਕਾਲੀ ਦਲ ਮਜ਼ਬੂਤ ਹੋ ਰਿਹਾ ਅਤੇ ਵਿਰੋਧੀਆਂ ਨੂੰ ਜਵਾਬ ਮਿਲੇਗਾ, ਪਰ ਜੋ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕਾਰੀ ਇਸ ਸਮੇਂ ਉਹ ਸਵਾਲਾਂ ਦੇ ਘੇਰੇ 'ਚ ਆ। ਜੋ ਬੀਤੇ ਦਿਨੀ ਪਟਿਆਲਾ ਦੇ ਪਿੰਡ ਕਲਿਆਣ ਤੋਂ ਪੁਰਾਤਨ ਸਰੂਪ ਜਿਹੜਾ ਚੋਰੀ ਹੋਇਆ, ਉਹਨੂੰ ਬਰਾਮਦ ਕਰਨ ਦੇ ਲਈ ਪੁਲਿਸ ਨੂੰ ਠੋਸ ਕਾਰਵਾਈ ਕਰਨੀ ਚਾਹੀਦੀ ਹੈ।
ਕੈਮਰਾਮੈਨ ਜਤਿੰਦਰ ਦੇ ਨਾਲ ਕੁਲਦੀਪ ਸਿੰਘ ਭੋੜੇ, ਗਲੋਬਲ ਪੰਜਾਬ ਟੀਵੀ, ਪਟਿਆਲਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।